ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ਿਸ਼ ਕੀਤੇ ਨੇ। ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਸੇਵਾ, ਸਿਮਰਨ, ਸਤਸੰਗਤ ਦੇ ਮਹਾਨ ਕੁੰਭ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਮੋਲਕ ਬਚਨਾਂ ਦੀ ਵਿਚਾਰ, ਅਧਿਆਤਮਿਕ ਗਿਆਨ, ਰੱਬ ਦੇ ਰਾਹ ਦੀ ਵਿਚਾਰ, ਉਹਦੇ ਬਖਸ਼ੇ ਵੇ ਉਦਮ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਪ੍ਰਾਪਤ ਹੋਈ ਹੈ। ਆਓ ਗੁਰਸਿੱਖ ਪਿਆਰਿਓ, ਜਿਤਨਾ ਕੁ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ ਤੇ ਯਤਨ ਕਰੀਏ। ਉਹਨੇ ਜੀਵਨ ਬਖਸ਼ਿਆ, ਤੰਦਰੁਸਤੀਆਂ ਬਖਸ਼ੀਆਂ ਨੇ, ਸਵਾਸ ਬਖਸ਼ੇ ਨੇ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕੀਤਾ ਹੈ। ਇਸ ਮਿਲੇ ਵੇ ਸਮੇਂ ਨੂੰ ਲੇਖੇ ਲਾਈਏ। ਜੀਵਨ ਜਿਹੜਾ ਹੈ ਵੈਸੇ ਵੀ ਗੁਜ਼ਰੇ ਜਾਣਾ, ਜ਼ਿੰਦਗੀ ਲੰਘੇ ਜਾਣੀ ਹੈ ਜਿੰਨੀ ਕੁ ਹੈ। ਇਹਨੇ ਆਪਣੀ ਸਪੀਡ ਦੇ ਨਾਲ ਲੰਘ ਜਾਣਾ, ਖਤਮ ਹੋ ਜਾਏਗਾ ਜੀਵਨ। ਅੱਜ ਨਹੀਂ ਤੇ ਕੱਲ ਸਵਾਸਾਂ ਨੇ ਰੁਕਣੀ ਹੈ, ਪੱਕਾ ਹੈ। ਕਿਹੜੇ ਮੋੜ ਤੇ ਕਿੱਥੇ ਕਿਵੇਂ ਕੀ ਹੋ ਜਾਣਾ ਕੋਈ ਪਤਾ ਨਹੀਂ। ਚੱਲ ਰਹੇ ਸਫ਼ਰ ਨੂੰ, ਜ਼ਿੰਦਗੀ ਨੂੰ ਸਫਲਾ ਬਣਾਈਏ, ਭਾਵ ਲੇਖੇ ਚ ਲਾਈਏ। ਲੇਖੇ ਚ ਕਦੋਂ ਲੱਗਣਾ? ਜਦੋਂ ਮਨੁੱਖ ਗੁਰੂ ਤੋਂ ਗਿਆਨ ਲੈ ਕਰਕੇ ਜ਼ਿੰਦਗੀ ਜਿਉਣਾ ਕਰਦਾ ਹੈ। ਦਾਤੇ ਦੀ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰ ਪ੍ਰਾਪਤ ਹੋਈ ਹੈ। ਆਓ ਜੀ ਵਿਚਾਰਾਂ ਅੱਗੇ ਆਰੰਭ ਕਰੀਏ।
ਕੱਲ ਜੋ ਵਿਚਾਰਿਆ ਸੀਗਾ, ਰੱਬ ਦੇ ਪਿਆਰੇ ਜਿਹੜੇ ਨੇ, ਭਾਵ ਜੋ ਮੈਲ ਤੋਂ ਰਹਿਤ ਹੋ ਗਏ, ਜੋ ਦਿਨ ਰਾਤ ਪਰਮੇਸ਼ਰ ਦਾ ਵਿਖਿਆਨ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਮਿਲ ਕਰਕੇ ਉਹਨਾਂ ਦਾ ਮਨ ਨਿਰਮਲ ਹੋ ਗਿਆ, ਜਿਵੇਂ ਆਪਾਂ ਕੱਲ ਭਗਤ ਪ੍ਰਹਿਲਾਦ ਦੀ ਵਿਚਾਰ ਕੀਤੀ ਸੀਗੀ, ਉਹਨਾਂ ਨੇ ਫਿਰ ਇੱਕ ਨੂੰ ਇਹ ਪੜ੍ਹਨਾ, ਇੱਕ ਨੂੰ ਇਹ ਬੁੱਝਣਾ, ਦੂਜਾ ਉਹਨਾਂ ਦੇ ਕੋਲ ਕੋਈ ਆਸਰਾ ਨਹੀਂ ਹੁੰਦਾ। ਇੱਕੋ ਵਾਹਿਗੁਰੂ ਦੇ ਨਾਮ ਦੇ ਵਿੱਚ ਪੜ੍ਹਾਈ ਪੜ੍ਹਦਾ ਸੀ ਪ੍ਰਹਿਲਾਦ ਜਿਹੜਾ ਸੀਗਾ, ਇੱਕੋ ਨਾਮ ਨੂੰ ਹਿਰਦੇ ਦੇ ਵਿੱਚ ਬੁੱਝਦਾ ਸੀ। ਦੂਜਾ ਹੋਰ ਕੋਈ ਥਾਂ ਜਿਹੜਾ ਨਾ, ਕੋਈ ਸਥਾਨ ਪ੍ਰਹਿਲਾਦ ਭਗਤ ਕੁਝ ਵੀ ਨਹੀਂ ਸੀ ਜਾਣਦਾ। ਪਰਮੇਸ਼ਰ ਨੇ ਇਹਦੀ ਰੱਖਿਆ ਕੀਤੀ। ਅੱਜ ਵੀ ਮੁਲਤਾਨ ਦੇ ਵਿੱਚ ਯਾਦਗਾਰ ਹੈ, ਜਿਸ ਥੰਮ ਨੂੰ ਪਾੜ ਕੇ ਭਗਵਾਨ ਪ੍ਰਗਟ ਹੋਏ ਸਨ, ਨਰਸਿੰਘ ਦਾ ਰੂਪ ਧਾਰ ਕੇ। ਅੱਜ ਵੀ ਉਹ ਯਾਦਾਂ ਕਹਿ ਮੰਨੇ, ਕੋਈ ਮੰਨੇ ਨਾ ਮੰਨੇ, ਕਿਉਂਕਿ ਬਾਣੀ ਕਹਿੰਦੀ ਹੈ ਜੀ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰਨਾਕਸ਼ ਦੁਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨੰਦਕਾਂ ਪਿਠਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਅੱਜ ਵੀ ਉਹ ਨਿਸ਼ਾਨੀ ਪ੍ਰਗਟ ਹੈ, ਸਾਹਮਣੇ ਹੈ, ਸਬੂਤ ਹੈ। ਤੇ ਮਹਾਰਾਜ ਜੀ ਕਹਿੰਦੇ, ਖਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ। ਜੋਗੀ ਸੰਨਿਆਸ ਲੈਣ ਵਾਲੇ ਜਿਹੜੇ ਨੇ ਸੰਨਿਆਸੀ, ਇਹ ਸੇ ਭੇਖਾਂ ਵਾਲੇ, ਸਤਿਗੁਰਾਂ ਦੀ ਸ਼ਰਨ ਪਏ ਤੋਂ ਬਿਨਾ ਭੁਲੇਖਿਆਂ ਦੇ ਵਿੱਚ ਹੀ, ਭੁੱਲਣ ਦੇ ਵਿੱਚ ਹੀ ਆ ਰਹੇ ਨੇ, ਭਰਮਾਂ ਦੇ ਵਿੱਚ ਹੀ ਇਹ ਜੀਵਨ ਜਿਉਂਦੇ ਨੇ। ਭਾਵ ਜਿਨ੍ਹਾਂ ਨੂੰ ਪਰਮਾਤਮਾ ਪਰਮੇਸ਼ਰ ਆਪਣੇ ਆਪ ਤੋਂ ਬੜੀ ਦੂਰ ਲੱਗਦਾ ਹੈ, ਕਿ ਰੱਬ ਪਰਮੇਸ਼ਰ ਬਹੁਤ ਦੂਰ ਰਹਿੰਦਾ ਹੈ। ਤੇ ਸਤਿਗੁਰੂ ਕੀ ਕਹਿੰਦੇ ਨੇ? ਮਹਾਰਾਜ ਜੀ ਕਹਿੰਦੇ ਆ, ਜਾਣਤ ਦੂਰ ਤੁਮ ਹੈ ਪ੍ਰਭ ਨੇਰ। ਉਹ ਦੂਰ ਸਮਝਦੇ ਨੇ, ਪਰ ਰੱਬ ਤਾਂ ਨੇੜੇ ਆ। ਭਰਮ ਭੁਲੇਖਿਆਂ ਦੇ ਵਿੱਚ ਭੁੱਲੇ ਆ ਰਹੇ ਨੇ। ਸਤਿਗੁਰ ਸੇਵੇ ਤਾਂ ਗਤ ਮਿਤ ਪਾਵੈ, ਹਰ ਜੀਉ ਮਨ ਵਸਾਏ। ਉਹ ਕਹਿੰਦੇ ਗੁਰੂ ਨੂੰ ਸਿਮਰ ਕਰਕੇ ਹੀ, ਗੁਰੂ ਦੀ ਮਰਿਆਦਾ 'ਚ ਰਹਿ ਕੇ ਹੀ ਬੰਦਾ ਗਤ ਮਿਤ ਪਾ ਸਕਦਾ ਹੈ, ਮੁਕਤੀ ਪਾ ਸਕਦਾ ਹੈ। ਸਰਵਣ ਕਰਕੇ, ਮੰਨਣ ਕਰਕੇ, ਨਿਧਿਆਸਨ ਕਰਕੇ, ਗੁਰਾਂ ਦੁਆਰਾ ਕਮਾਈ ਕਰਨ, ਤਾਂ ਪਰਮੇਸ਼ਰ ਆ ਕੇ ਮਨ ਦੇ ਵਿੱਚ ਵਸਦਾ ਹੈ। ਰੱਬ ਜੇ ਗੁਰੂ ਕਿਰਪਾ ਕਰੇਗਾ ਤਾਂ ਪ੍ਰਮਾਤਮਾ ਨੇ ਹਿਰਦੇ ਵਿੱਚ ਵਸਣਾ ਸਾਡੇ, ਨਹੀਂ ਫਿਰ ਭੁਲੇਖਿਆਂ 'ਚ ਤਾਂ ਫਿਰਦੇ ਹੀ ਆ। ਮਹਾਰਾਜ ਕਹਿੰਦੇ, ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਜਿਨ੍ਹਾਂ ਦਾ ਸੱਚੀ ਬਾਣੀ ਨਾਲ ਚਿੱਤ ਲੱਗ ਜਾਏ, ਤਾਂ ਉਹ ਆਵਣ ਜਾਣ ਰਹਾਏ, ਕਹੀਏ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਇੱਥੇ ਸਰੀਰ ਨੂੰ ਅਸੀਂ ਨੇ, ਭਾਵ ਸੰਸਾਰ ਵਿੱਚ ਸਾਡਾ ਆਉਣਾ ਲੇਖੇ 'ਚ ਲੱਗੇ, ਪ੍ਰਵਾਨ ਹੋ ਜਾਈਏ। ਹੁਣ ਸਾਰੇ ਥੋੜ੍ਹੀ ਪ੍ਰਵਾਨ ਨੇ, ਕਿੰਨੀ ਦੁਨੀਆ, ਅਰਬਾਂ ਖਰਬਾਂ ਗਿਣਤੀ ਹੈ ਲੋਕਾਂ ਦੀ। ਹੁਣ ਕਿੰਨਿਆਂ ਕੁ ਦਾ ਧਰਤੀ ਤੇ ਆਉਣਾ, ਸੰਸਾਰ ਵਿੱਚ ਆਉਣਾ ਪ੍ਰਵਾਨ ਹੈ। ਕਲਯੁਗ ਹੈ, ਕਿਹੜਾ ਲਾਵੇ, ਕਿਹੜਾ ਤੁਰੇ ਅਧਿਆਤਮਕ ਰਾਹ ਨੂੰ, ਰੱਬ ਵੱਲ ਨੂੰ ਕਿਹੜਾ ਤੁਰੇ। ਸੋਚ ਇਤਨੀ ਮਨ ਰੇ, ਕੌਣ ਕੁ ਮਤ ਤੈ ਲੀਨੀ।
ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਆਹ ਕੁਛ ਕਰਨੇ ਆ। ਆਉਣਾ ਜਾਣਾ ਉਹਨਾਂ ਦਾ ਖਤਮ ਹੋ ਜਾਂਦਾ, ਰਹਿਤ ਹੋ ਜਾਂਦੇ ਨੇ ਜੰਮਣ ਮਰਨ ਤੋਂ। ਭਾਵ ਕਹੋ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਸਰੀਰ ਦਾ ਆਉਣਾ ਪ੍ਰਵਾਨ ਤਾਂ ਹੈ ਜੇ ਗੁਰੂ ਦੇ ਨਾਲ ਚਿੱਤ ਲਾਵਾਂਗੇ, ਪਰ ਅਸੀਂ ਤਾਂ ਸਰੀਰਾਂ ਨਾਲ ਚਿੱਤ ਲਾਉਨੇ ਫਿਰਨੇ ਆ, ਭੇਖਾਂ ਨਾਲ, ਪਹਿਰਾਵਿਆਂ ਨਾਲ, ਭੇਸਾਂ ਨਾਲ ਚਿੱਤ ਲਾਉਂਦੇ ਫਿਰਨੇ ਆ। ਗੁਰੂ ਦੇ ਨਾਲ ਸੱਚੀ ਬਾਣੀ ਸਿਉ ਚਿੱਤ ਲਾਗੈ, ਆਵਣ ਜਾਣ ਰਹਾਏ। ਜਦੋਂ ਸੱਚੀ ਬਾਣੀ ਨਾਲ ਚਿੱਤ ਲੱਗ ਜਾਂਦਾ ਹੈ, ਮਨ ਜੁੜ ਜਾਂਦਾ ਪ੍ਰੇਮੀਓ, ਉਹਨਾਂ ਦਾ ਆਉਣਾ ਜਾਣਾ ਖਤਮ। ਜਦੋਂ ਬਾਣੀ ਨਾਲ ਪ੍ਰੇਮ ਬਣ ਗਿਆ। ਸਤਿਗੁਰੂ ਜੀ ਕਹਿੰਦੇ ਨੇ, ਪੰਡਤ ਪੜ ਪੜ ਬਾਦ ਬਖਾਣੈ, ਬਿਨ ਗੁਰ ਭਰਮ ਭੁਲਾਏ। ਵਿਦਵਾਨ ਪੰਡਤ ਲੋਕ ਵੇਦਾਂ, ਸ਼ਾਸਤਰਾਂ, ਪੁਰਾਣਾ, ਸੁਰਤੀਆਂ, ਸਿਮਰਤੀਆਂ, ਹੋਰ ਬੇਅੰਤ ਗ੍ਰੰਥ ਨੇ ਧਾਰਮਿਕ, ਇਹਨਾਂ ਨੂੰ ਪੜ ਪੜ ਕੇ ਵਾਦ ਬਖਾਣਾ ਕਹੀਏ, ਝਗੜੇ ਹੀ ਕਥਨ ਕਰਦੇ ਰਹਿੰਦੇ ਨੇ। ਦੇਖਦੇ ਆਪਾਂ ਦੁਨੀਆ 'ਚ, ਸੰਸਾਰ 'ਚ, ਦੂਜੇ ਧਰਮ ਦੀ ਤਾਂ ਗੱਲ ਛੱਡੋ, ਦੂਜੇ ਧਰਮ ਦੀ ਚਲੋ ਉਹ ਉਹਨਾਂ ਦੀ ਮਰਿਆਦਾ ਹੈ। ਬੰਦਾ ਆਪਣੇ ਧਰਮ ਦੇ ਵਿੱਚ ਹੀ ਇੱਕ ਦੂਜੇ ਪ੍ਰਚਾਰਕਾਂ ਨੂੰ ਕਹਿ ਲਈਏ, ਪੰਡਤਾਂ ਨੂੰ ਕਹਿ ਲਈਏ, ਨਿੰਦੀ ਜਾਂਦਾ। ਝਗੜੀ ਪੈਦਾ ਹੁੰਦਾ ਉਹਨਾਂ ਦੇ ਵਿੱਚ। ਮੇਰੇ ਵਰਗਾ ਕਹਿੰਦਾ ਆਹ ਸਹੀ ਹੈ, ਮੇਰੇ ਵਾਲੀ ਵਿਚਾਰ ਸਹੀ ਹੈ, ਮੈਂ ਕਥਾ ਸਹੀ ਕਰਦਾ। ਕੋਈ ਹੋਰ ਆ ਗਿਆ, ਉਹ ਕਹਿੰਦਾ ਮੈਂ ਕਰਦਾ। ਪੰਡਤ ਪੜ ਪੜ ਬਾਦ ਬਖਾਣਾ। ਆ ਧਾਰਮਿਕ ਪੁਸਤਕਾਂ, ਵੇਦ ਸ਼ਾਸਤਰ, ਪੁਰਾਣ, ਸਿਮਰਤੀਆਂ, ਸੁਰਤੀਆਂ ਪੜ੍ਹ ਕੇ ਝਗੜਾ ਹੀ ਉਹ ਕਰਦੇ ਨੇ, ਝਗੜੇ ਹੀ ਕਥਨ ਕਰਦੇ ਨੇ। ਵਿਚਾਰਾਂ ਦੇ ਵਿੱਚ ਤਕਰਾਰ ਆ ਉਹਨਾਂ ਦੇ। ਉਹ ਤਾਂ ਹੋਣੀ ਹੋਣਾ। ਸਾਡੇ ਘਰਾਂ 'ਚ ਸਕੇ ਭੈਣ ਭਰਾਵਾਂ ਦੀ ਵਿਚਾਰ ਨਹੀਂ ਮਿਲਦੀ। ਮਿਲਦੀ ਹੈ ਕਿਤੇ? ਕੋਈ ਕਿਧਰੇ ਨੂੰ ਜਾਂਦਾ, ਕੋਈ ਕਿਧਰੇ ਨੂੰ ਜਾਂਦਾ। ਇੱਕੋ ਢਿੱਡੋਂ ਜੰਮੇ ਤਾਂ ਵੀ ਸਾਡੀ ਵਿਚਾਰ ਵੱਖਰੀ ਆ। ਪਿਓ ਪੁੱਤ ਦੀ ਵਿਚਾਰ ਮੇਲ ਨਹੀਂ ਖਾਂਦੀ। ਉਹ ਤਾਂ ਬਹੁਤ ਗੱਲਾਂ ਦੂਰ ਦੀਆਂ ਨੇ। ਉਹ ਕਹਿੰਦੇ ਝਗੜਾ ਹੀ ਉਹ ਕਰਦੇ ਨੇ ਗੁਰੂ ਤੋਂ ਬਿਨਾਂ, ਭੁਲੇਖੇ ਵਿੱਚ ਹੀ ਭੁੱਲਦੇ ਫਿਰਦੇ ਨੇ। ਜਿਵੇਂ ਬੇਣੀ ਪੰਡਤ ਉੱਠ ਉੱਤੇ ਪੁਸਤਕਾਂ ਲੱਦ ਕੇ ਲੋਕਾਂ ਨੂੰ ਜਿੱਤ ਜਿੱਤ ਕੇ ਹੰਕਾਰ ਦੇ ਵਿੱਚ ਭਰਮਦਾ ਫਿਰਦਾ ਸੀ। ਬੇਣੀ ਪੰਡਤ ਜਿਹੜਾ ਸੀ ਨਾ, ਉਹ ਊਠ ਦੇ ਉੱਪਰ ਪੁਸਤਕਾਂ ਲੱਦ ਕੇ ਲੋਕਾਂ ਨੂੰ ਜਿੱਤ ਜਿੱਤ ਕੇ ਹੰਕਾਰ ਦੇ ਵਿੱਚ, ਭਰਮ ਦੇ ਵਿੱਚ ਫਿਰਦਾ ਸੀਗਾ। ਜਿਸ ਵਕਤ ਸ੍ਰੀ ਗੁਰੂ ਅਮਰਦਾਸ ਮਹਾਰਾਜ ਚੇ ਪਾਤਸ਼ਾਹ ਜੀ ਦੀ ਸ਼ਰਨ ਆਇਆ, ਉਹ ਸਾਰੇ ਗ੍ਰੰਥ ਉਹਨੇ ਵਿਆਸਾ ਦੇ ਵਿੱਚ ਰੋੜ ਦਿੱਤੇ ਅਤੇ ਗੁਰੂ ਸਾਹਿਬ ਜੀ ਦਾ ਸਿੱਖ ਬਣ ਗਿਆ ਸੀ ਬੇਣੀ ਪੰਡਤ। ਇਸ ਪ੍ਰਕਾਰ ਪੜ੍ਹਾਈ ਦੇ ਹੰਕਾਰ ਦੇ ਵਿੱਚ ਭੌਂਦੇ ਫਿਰਦੇ ਨੇ। ਬਾਹਰ ਦੀ ਵਿਦਵਤਾ ਪੜ੍ਹਾਈ ਹੋਰ ਹੈ, ਪਰ ਉਹ ਰੱਬ ਦੀ ਪੜ੍ਹਾਈ ਕੁਛ ਹੋਰ ਹੈ। ਕਿ ਇਤਨੇ ਲੋਕ ਵੇਖਣੇ ਨਾ ਗਿਆਨ ਚੱਕੀ ਫਿਰਦੇ ਨੇ ਨਾ, ਛੱਡ ਗੱਲਾਂ ਦਿਓ। ਸੋਚਦਾ ਵੀ ਇੰਨਾ ਗਿਆਨ ਲੈ ਕੇ ਕਿੱਥੋਂ ਆਏ? ਬਹੁਤ ਵਿਦਵਾਨ ਪੰਡਤ ਹੈ, ਵੀ ਬੜਾ ਗਿਆਨ ਹੈ ਜੀ ਬੰਦੇ ਨੂੰ। ਅਗਰ ਜਿਤਨਾ ਚਿਰ ਬੰਦੇ ਦੇ ਕੋਲ, ਪੰਡਤ ਦੇ ਕੋਲ, ਵਿਦਵਾਨ ਦੇ ਕੋਲ ਗੁਰੂ ਦੀ ਮੱਤ ਨਹੀਂ ਨਾ, ਉਹਨਾਂ ਟਾਈਮ ਉਹਦੀ ਗਤ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ। ਬਾਹਰ ਕੁਛ ਹੋਰ ਗੱਲਾਂ ਨੇ,
ਦਿਨ ਰਾਤ ਬੰਦਾ ਪੜ੍ਹਦਾ ਰਹਿੰਦਾ ਧਾਰਮਿਕ ਪੁਸਤਕਾਂ, ਜ਼ਿਆਦਾ ਭਰਮ ਕਰਨ ਦੀ ਲੋੜ ਹੀ ਨਹੀਂ। ਰੱਬ ਰੱਬ ਕਰੀ ਚੱਲੋ, ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਬਹੁਤ ਆ। ਤੇ ਸਤਿਗੁਰ ਕਹਿੰਦੇ ਭਾਈ ਲੱਖ 84 ਫੇਰ ਪਿਆ, ਬਿਨ ਸ਼ਬਦੇ ਮੁਕਤ ਨਾ ਪਾਏ। ਉਹਨਾਂ ਨੂੰ ਦੁਬਾਰਾ 84 ਲੱਖਾਂ ਜੂਨੀਆਂ ਦਾ ਚੱਕਰ ਪੈ ਗਿਆ, ਫਿਰ ਉਹ ਬਿਨਾ ਸ਼ਬਦੈ ਭਾਵ ਬਿਨਾ ਗੁਰੂ ਦੇ ਉਪਦੇਸ਼ ਤੋਂ ਮੁਕਤੀ ਨਹੀਂ ਪਾ ਸਕਦੇ। ਕਿਉਂਕਿ ਆਹ ਚੀਜ਼ਾਂ ਕਰਕੇ ਨਾ ਜੀ ਬੰਦਾ ਕੀ ਕਰਦਾ, ਮਾਣ, ਆਪਣੇ ਆਪ ਨੂੰ ਕਰਮਬੰਤੀ ਕਹਾਉਂਦਾ ਹੈ। ਮੈਂ ਵਿਦਵਾਨ ਹਾਂ, ਮੇਰੇ ਵਰਗੀ ਅਕਲ, ਮਤ, ਗਿਆਨ, ਮੇਰੇ ਵਰਗਾ ਵਿਦਵਾਨ ਪੰਡਤ ਕੋਈ ਨਹੀਂ ਲੱਗਦਾ ਬੰਦਾ। ਪਰ ਹਰ ਜੂ ਹੰਕਾਰ ਨਾ ਭਾਵ ਵੇਦ ਕੂਕ ਸੁਣਾਵੇ। ਉਹਦੇ ਦਰ ਤੇ ਉਹਦੇ ਘਰ 'ਚ ਆਹ ਚੀਜ਼ਾਂ ਨਹੀਂ ਪਾਉਂਦੀਆਂ, ਦੇਖ ਲੈਂਦਾ। ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ, ਜਦੋਂ ਬੰਦਾ ਨਿਰਾ ਕਰਮਬੰਤੀ ਬਣਦਾ ਨਾ, ਕਰਮਬੰਤੀ, ਕਰਮੀ ਕਹੀਏ, ਮੈਂ ਸੋਚਾਂ ਮੇਰੇ ਬਿਨਾਂ ਤਾਂ ਕਥਾ ਨਹੀਂ ਹੋ ਸਕਦੀ ਉਰੇ, ਮੈਂ ਸੋਚੀ ਜਾਵਾਂ ਵੀ ਜੇ ਮੈਂ ਕਥਾ ਨਾ ਕਰਾਂ ਸਤੌਜ 'ਚ ਕੁਛ ਵੀ ਨਹੀਂ ਬਣਨਾ, ਲੋਕ ਬੇਅਕਲੇ ਫਿਰਨਗੇ, ਵਾਧੂ ਦਾ ਮਾਣ ਹੈ ਮਾਣ। ਆ ਜੇ ਕੰਮ ਮੈਂ ਨਾ ਕੀਤਾ ਕਿਸੇ ਤੋਂ ਹੋਣਾ ਹੀ ਨਹੀਂ ਸੀ। ਦੁਨੀਆ ਬਹੁਤ ਉੱਪਰ ਦੀ ਹੈ, ਇੱਕ ਦੋ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਉ ਜੀ। ਸੁਣੋ ਬਾਣੀ ਤੋਂ, ਲੱਖ 84 ਫੇਰ ਪਿਆ, 84 ਲੱਖ ਦਾ ਗੇੜਾ ਫੇਰ ਤਿਆਰ ਹੋ ਜਾਂਦਾ ਹੈ। ਬਿਨ ਸ਼ਬਦੇ ਮੁਕਤ ਨਾ ਪਾਏ। ਰੋਜ਼ ਪੜ੍ਹਦੇ ਸੁਣਦੇ ਆ ਸੁਖਮਨੀ ਸਾਹਿਬ ਦੀ ਬਾਣੀ, ਗੱਲ ਤਾਂ ਸਾਰੀ ਵਿਚਾਰਨ ਦੀ ਆ ਨਾ। ਸੁਖਮਨੀ ਸਾਹਿਬ ਪੜ੍ਹਨ ਵਾਲੇ ਬਹੁਤ ਬੈਠੇ ਆਪਾਂ ਤਕਰੀਬਨ। ਉੱਥੇ ਇਹ ਸਾਡੇ ਮਨ 'ਚ ਭੁਲੇਖਾ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਆ ਸੁੱਖ ਦਿੰਦੀ ਆ, ਵੀ ਆਹੀ ਪੜ੍ਹੀ ਜਾਓ। ਠੀਕ ਹੈ, ਬਾਣੀ ਸਾਰੀ ਹੀ ਸੁੱਖ ਦਿੰਦੀ ਹੈ, ਸਾਰੀ ਹੀ ਸੁੱਖ ਦੇਣ ਵਾਲੀ ਆ। ਫਿਰ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਕੇਵਲ ਸੁਖਮਨੀ ਸਾਹਿਬ ਹੀ ਸੁੱਖ ਦਿੰਦੀ ਆ, ਬਾਕੀ ਬਾਣੀ ਦੁੱਖ ਦਿੰਦੀ ਹੈ। ਸੁਖਮਨੀ ਸਾਹਿਬ ਪੜ੍ਹਨ ਵਾਲੇ ਬਹੁਤ ਬੈਠੇ ਆ। ਇੱਕ ਬੇਨਤੀ ਹੈ, ਪੜ੍ਹੀ ਜਾਈਏ। ਜਿਹੜੀ 12ਵੀਂ ਅਸ਼ਟਪਦੀ ਆ ਨਾ, 12ਵੀਂ ਪਹਿਲੀ ਪੌੜੀ ਜਿਹੜੀ ਆ ਉਹਦੀ ਬੰਦਾ ਜੀਵਨ 'ਚ ਅਪਲਾਈ ਕਰ ਲੇ, ਸੰਸਾਰ 'ਚ ਆਉਣਾ ਲੇਖੇ 'ਚ ਹੈ, ਜੀਵਨ ਬਦਲ ਜੂ। ਗੱਲ ਤਾਂ ਵਿਚਾਰ ਨਾਲ, ਅਰਥ ਨਾਲ ਜੁੜਨ ਦੀ ਆ ਨਾ, ਵਿਚਾਰਧਾਰਾ ਨਾਲ ਤਾਂ ਆਪਾਂ ਜੁੜਨਾ ਨਹੀਂ। ਉੱਥੇ ਮਹਾਰਾਜ ਕਹਿੰਦੇ ਨੇ, ਜੋ ਜਾਣੈ ਮੈਂ ਜੋਬਨ ਬੰਤ। ਬੰਦਿਆ, ਜਿਹੜਾ ਬੰਦਾ ਜਵਾਨੀ ਦਾ ਮਾਣ ਕਰਦਾ ਨਾ ਸੰਸਾਰ 'ਚ, ਦੁਨੀਆ 'ਚ, ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਗੰਦਗੀ ਦਾ ਕੀੜਾ ਹੋਊਗਾ ਅੱਗੇ ਜਾ ਕੇ, ਅਗਲਾ ਜਨਮ। ਜਿਹੜਾ ਆਪਣੇ ਆਪ ਨੂੰ ਜਵਾਨ ਸੋਹਣਾ ਅਖਵਾਉਂਦਾ ਹੈ, ਪਰ ਸਾਧ ਸੰਗਤ ਵੇਖਦੇ ਆਪਾਂ ਜੋ ਬਜ਼ੁਰਗ ਨੇ ਨਾ ਦਿੰਦੇ ਨੇ, ਉਹਨਾਂ ਦਾ ਮਾਸ ਵੇਖਿਓ ਤੇ ਆਪਣਾ ਸਕਿਨ, ਚਮੜੀ ਕੰਪੇਅਰ ਕਰਿਓ, ਦੇਖੋ ਵੀ ਕਿੰਨਾ ਕੁ ਫਰਕ ਆ। ਜਵਾਨੀ ਦਾ ਮਾਸ ਹੋਰ ਹੈ, ਬੱਚਿਆਂ ਦਾ ਹੋਰ ਹੈ, ਤੇ ਬਜ਼ੁਰਗ ਨੇ ਉਹ ਬੁੱਢੇ ਹੋ ਗਏ, ਆਪਾਂ ਨੂੰ ਪਤਾ ਹੈ। ਹਰ ਇੱਕ ਦਾ ਇੱਕ ਦਿਨ ਉਹੀ ਚੀਜ਼ ਹੋ ਜਾਣਾ, ਭਾਵ ਸੂਹਾ ਰੰਗ ਦਿਨ ਥੋੜਾ ਹੋਵੇ ਜਾਂਦੇ ਬਿਲਮ ਨਾ ਲਾਏ ਦਾ। ਸੂਹਾ ਰੰਗ, ਸੋਹਣਾ ਰੰਗ, ਰੂਪ, ਜਵਾਨੀ 4 ਦਿਨਾਂ ਦੀ ਪ੍ਰਾਹੁਣੀ ਆ, ਜਾਂਦੇ ਬਿਲਮ ਨਾ ਲਾਇਦਾ, ਇਹਨੇ ਜਾਣ ਲੱਗਿਆ ਟਾਈਮ ਨਹੀਂ ਲਾਉਣਾ। ਉਹ ਕਹਿੰਦੇ ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਕੀੜਾ ਹੋਏਗਾ। ਤੇ ਮਹਾਰਾਜ ਕਹਿੰਦੇ ਨੇ ਜੀ, ਆਪਸ ਕੋ ਕਰਮਬੰਤ ਕਹਾਵੇ। ਕਰਮਬੰਤੀ ਲੱਖ 84 ਫੇਰ ਪਿਆ। ਮੈਂ ਮਾਣ ਕਰਾਂ ਕਿ ਮੇਰੇ ਤੋਂ ਬਿਨਾਂ ਆਹ ਕੰਮ ਹੁੰਦੇ ਹੀ ਨਹੀਂ, ਜੇ ਮੈਂ ਇਹ ਸੇਵਾ ਨਾ ਕਰਾਂ ਮੇਰੇ ਤੋਂ ਬਿਨਾਂ ਤਾਂ ਹੋਣੀ ਹੀ ਨਹੀਂ। ਵਾਧੂ ਦੀਆਂ ਗੱਲਾਂ ਨੇ।
ਇਹ ਕੀ ਹੈ? ਲੱਖ 84 ਫੇਰ ਪਿਆ। ਸਤਿਗੁਰ ਕਹਿੰਦੇ ਨੇ 84 ਲੱਖ ਦਾ ਚੱਕਰ ਸੱਜਣਾ ਤਿਆਰ ਹੈ ਤੇਰੇ ਵਾਸਤੇ, ਕਰੀ ਜਾ ਮਾਣ। ਜੀਵਨ ਚ ਅਪਲਾਈ ਕਰ ਲਈ ਨਾ ਉਹ ਅਸ਼ਟਪਦੀ ਦੀ ਪੌੜੀ, ਜੀਵਨ ਬਦਲ ਜੂ। ਤੇ ਮਹਾਰਾਜ ਜੀ ਕਹਿੰਦੇ ਨੇ ਜੀ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਧਨ ਦਾ, ਭੂਮ ਦਾ ਜਿਹੜਾ ਮਾਣ ਕਰਦਾ ਨਾ, ਮੇਰਾ, ਮੇਰੇ ਕੋਲ ਇੰਨਾ, ਸੋ ਮੂਰਖ, ਉਹ ਮੂਰਖ ਹੈ, ਅੰਧਾ, ਅੰਨਾ, ਅਗਿਆਨ, ਅਗਿਆਨੀ ਹੈ। ਦੀਂਦਾ ਨਹੀਂ ਵੀ ਮੇਰੇ ਤੋਂ ਪਹਿਲਾਂ ਜਿਹੜੇ ਆਏ ਸੀਗੇ, ਜਿਨ੍ਹਾਂ ਕੋਲ ਸੀ ਇਹ ਵਸਤੂਆਂ, ਪਦਾਰਥ, ਧਨ ਦੌਲਤ ਨਾਲ ਲੈ ਗਏ ਨਾ, ਦਿਖ ਨਹੀਂ ਰਿਹਾ, ਖਾਲੀ ਗਏ ਨੇ, ਫਿਰ ਅੰਨਾ ਹੈ। ਫਿਰ ਵੀ ਕਹਿੰਦਾ ਮੇਰਾ, ਅਗਿਆਨੀ ਹੈ, ਗਿਆਨ ਨਹੀਂ ਹੈਗਾ ਵੀ ਨਾਲ ਕੁਛ ਹੀ ਨਹੀਂ ਜਾਂਦਾ ਤੇਰੇ। ਬਿਨ ਸ਼ਬਦੈ ਮੁਕਤ ਨਾ ਪਾਏ, ਗੁਰੂ ਤੋਂ ਬਿਨਾਂ ਮੁਕਤ ਨਹੀਂ ਹੋਏਗੀ, ਜੋ ਮਰਜ਼ੀ ਕਰੀ ਜਾ। ਮਹਾਰਾਜ ਕਹਿੰਦੇ ਨੇ, ਜਾ ਨਾਉ ਚੇਤੈ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਜੇਕਰ ਕਹਿੰਦੇ ਪ੍ਰਮਾਤਮਾ ਦਾ ਨਾਮ ਚੇਤੇ ਕਰਨਗੇ ਨਾ, ਤਾਂ ਗਤ ਹੋਏਗੀ, ਤਾਂ ਮੁਕਤੀ ਪ੍ਰਾਪਤ ਹੋਣੀ ਆ। ਜਾਂ ਸਤਿਗੁਰ ਮੇਲ ਮਿਲਾਏ। ਜੇਕਰ ਕਹਿੰਦੇ ਗੁਰੂ ਸਾਹਿਬ ਜੀ ਦੇ, ਸਤਿਗੁਰੂ ਜੀ ਜਦੋਂ ਕਿਰਪਾ ਕਰਦੇ ਨੇ, ਜੀਵ ਦੇ ਸ਼ੁਭ ਗੁਣਾਂ ਦਾ ਪ੍ਰੇਰਿਆ ਹੋਇਆ ਜੀਵ ਜਿਹੜਾ ਨਾ, ਗੁਰੂ ਦੁਆਰਾ ਸ਼ੁਭ ਗੁਣਾਂ ਦਾ ਪ੍ਰੇਰਿਆ ਹੋਇਆ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਏਗਾ। ਸ਼ੁਭ ਗੁਣ ਜਿਹੜੇ ਨੇ ਨਾ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਗੁਰਬਾਣੀ ਦੁਆਰਾ। ਥਾਲ ਵਿੱਚ ਤ੍ਰੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿੱਚ ਪ੍ਰਮਾਤਮਾ ਨੂੰ ਪਾਉਣ ਦੇ ਲਈ ਸਤਿਗੁਰਾਂ ਨੇ ਸਾਡੇ ਵਾਸਤੇ ਥਾਲ ਵਿੱਚ ਤਿੰਨ ਵਸਤੂ ਪਈਓ। ਕਿਹੜੀ? ਸਤ ਸੰਤੋਖ। ਵਿਚਾਰੋ, ਆ ਬਾਣੀ ਥਾਲ ਹੈ, ਇਹਦੇ ਵਿੱਚ ਤਿੰਨ ਵਸਤੂਆਂ, ਸ਼ੁਭ ਗੁਣ ਜਿਹੜੇ ਨੇ ਪਏ ਨੇ। ਕੋਈ ਸ਼ੁਭ ਗੁਣ ਇਕੱਠੇ ਕਰਦਾ ਉਰੇ ਆ, ਔਗਣ ਦਾ ਫਿਰ ਆਪਾਂ ਕਰਦੇ ਹਾਂ। ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗਣ ਚੱਲੀਏ। ਗੁਣਾਂ ਦੀ ਸਾਂਝ ਕਰੋ, ਔਗਣ ਛੱਡੀਏ। ਔਖਾ ਬੜਾ, ਭੈੜੀਆਂ ਆਦਤਾਂ ਛੱਡਣੀਆਂ। ਯਤਨ ਇਹੀ ਹੋਵੇ ਅਸੀਂ ਸ਼ੁਭ ਗੁਣ ਇਕੱਠੇ ਕਰੀਏ। ਲੋਕਾਂ ਦੇ ਔਗਣ, ਲੋਕਾਂ ਦੀਆਂ ਕਮੀਆਂ ਪੇਸ਼ੀਆਂ, ਹਾਂਜੀ, ਕੱਪੜੇ ਕਿਵੇਂ ਦੇ ਪਾਏ ਨਾ, ਕਿਉਂ ਆ ਗਿਆ, ਏਦਾਂ ਅੰਦਰ ਵਿਚਾਰਾਂ ਸਾਡੇ ਸਭ ਦੀ ਚੱਲਦੀਆਂ ਨੇ ਇਹ ਚੀਜ਼ਾਂ। ਕੋਈ ਮੰਨੇ ਨਾ ਮੰਨੇ, ਪਤਾ ਆਪਾਂ ਨੂੰ, ਪਰ ਅਸੀਂ ਕਹਿੰਦੇ ਨਹੀਂ, ਦੱਸਦੇ ਨਹੀਂ। ਉਹ ਬਿਰਤੀ ਤਿਆਗਣੀ ਆ ਜਿਹੜੇ ਨੇ ਮਾੜੇ ਫੁਰਨੇ ਨਾ, ਉਹ ਸੰਕਲਪ ਵਿਕਲਪ ਜਿਹੜੇ ਨੇ ਬੰਦੇ ਨੇ ਪਾਸੇ ਕਰਨੇ ਨੇ। ਸ਼ੁਭ ਗੁਣਾਂ ਦਾ ਧਾਰਨੀ ਬਣਨਾ ਤਾਂ ਕਿਤੇ ਗੱਲ ਬਣੂਗੀ, ਨਹੀਂ ਫਿਰ ਜਿੰਨਾ ਮਰਜ਼ੀ ਫਰੀ ਜਾਈਏ। ਲੱਖ 84 ਫੇਰ ਪਿਆ, ਬਿਨ ਸ਼ਬਦੈ ਮੁਕਤ ਨਾ ਪਾਏ। ਸ਼ਬਦ ਤੋਂ ਬਿਨਾਂ ਮੁਕਤੀ ਨਹੀਂ ਹੋਏਗੀ। ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ ਪਾਰ ਉਤਾਰਾ ਨਹੀਂ। ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਕਰੀ ਜਾਓ ਜੋ ਮਰਜੀ ਭਾਈ, ਸ਼ਬਦ ਤੋਂ ਬਿਨਾਂ, ਭਜਨ ਤੋਂ ਬਿਨਾਂ ਪਾਰ ਉਤਾਰਾ ਨਹੀਂਗਾ। ਗਤ ਜਿਹੜੀ ਹੈ, ਪਾਰ ਉਤਾਰਾ ਜਿਹੜਾ ਬਾਣੀ ਨਾਲ ਹੋਏਗਾ। ਆਓ ਜੀ, ਭੁੱਲਾਂ ਤੋਂ ਖਿਮਾ, ਇੱਥੇ ਸਮਾਪਤੀ ਹੈ। ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ ਮਾਲਕ ਦੀ ਕਿਰਪਾ ਦੇ ਨਾਲ। ਰਲ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨਿ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ। ਜਿਨਿ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।